ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਲਾਸਟ ਵੀਡੀਓ ਵਿੱਚ ਆਪਾਂ ETT ਪੇਪਰ 2 ਮੈਥ ਦਾ ਇੱਕ ਟੌਪਿਕ ਕੋਆਰਡੀਨੇਟ ਜਿਓਮੈਟਰੀ ਕੀਤਾ ਸੀ। ਅੱਜ ਆਪਾਂ ਪ੍ਰੋਬੇਬਿਲਿਟੀ ਯਾਨੀ ਸੰਭਾਵਨਾ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਜਿਵੇਂ ਕਿ ਆਪਾਂ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਇਹੋ ਜਿਹੀਆਂ ਗੱਲਾਂ ਆਮ ਸੁਣਦੇ ਹਾਂ, ਜਿਵੇਂ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਜਾਂ ਸਾਡੀ ਟੀਮ ਦੇ ਮੈਚ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ, ਜਾਂ ETT ਪੇਪਰ ਦੇ ਵਿੱਚ ਮੇਰਾ ਪਹਿਲਾ ਚਾਂਸ ਆਉਣ ਦੀ ਸੰਭਾਵਨਾ ਜ਼ਿਆਦਾ ਹੈ। ਤਾਂ ਇਹ ਜਿਹੇ ਵਾਕਾਂ ਨੂੰ ਜੇ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਅਸੀਂ ਸ਼ਿਓਰਿਟੀ ਨਾਲ ਕੁਝ ਵੀ ਨਹੀਂ ਕਹਿ ਸਕਦੇ। ਹਰੇਕ ਵਾਕ ਦੇ ਵਿੱਚ ਕੀ ਹੈ, ਅਨਿਸ਼ਚਿਤਤਾ ਦੀ ਸਥਿਤੀ ਹੈ ਜੋ ਬਣੀ ਰਹਿੰਦੀ ਹੈ। ਤੇ ਮੈਥ ਦੇ ਵਿੱਚ ਜਦੋਂ ਆਪਾਂ ਇਸ ਅਨਿਸ਼ਚਿਤਤਾ ਦੀ ਸਥਿਤੀ ਨੂੰ ਮਾਪਦੇ ਹਾਂ ਤਾਂ ਉਸ ਥਿਊਰੀ ਨੂੰ ਅਸੀਂ ਕਹਿੰਦੇ ਹਾਂ ਸੰਭਾਵਨਾ ਦਾ ਸਿਧਾਂਤ ਯਾਨੀ ਥਿਊਰੀ ਆਫ ਪ੍ਰੋਬੇਬਿਲਿਟੀ। ਔਰ ਇਸ ਸਿਧਾਂਤ ਦੇ ਜਿਹੜਾ ਜਨਮ ਹੈਗਾ ਉਹ 16ਵੀਂ ਸਦੀ ਦੇ ਵਿੱਚ ਹੋਇਆ ਸੀ ਤੇ ਪ੍ਰਸਿੱਧ ਗਣਿਤ ਸ਼ਾਸਤਰੀ ਜੇ ਕਾਰਡਨ ਨੂੰ ਇਸ ਸਿਧਾਂਤ ਦਾ ਯਾਨੀ ਇਸ ਥਿਊਰੀ ਦਾ ਜੋ ਜਨਮਦਾਤਾ ਹੈ ਉਹ ਕਿਹਾ ਜਾਂਦਾ ਹੈ। ਇਸ ਸੰਭਾਵਨਾ ਟੌਪਿਕ ਦੇ ਵਿੱਚ ਜ਼ਿਆਦਾਤਰ ਤਾਸ਼, ਪਾਸੇ ਜਾਂ ਸਿੱਕੇ ਦੇ ਨਾਲ ਰਿਲੇਟਡ ਜੋ ਕੁਐਸਚਨ ਆ ਉਹ ਪੁੱਛੇ ਜਾਂਦੇ ਆ। ਤਾਂ ਆਪਾਂ ਪਹਿਲਾਂ ਸਿੱਕੇ ਬਾਰੇ, ਪਾਸੇ ਬਾਰੇ ਤੇ ਤਾਸ਼ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਲੈਣੇ ਆ। ਤਾਂ ਇਹ ਹੈ ਸਾਡੇ ਕੋਲੇ ਇੱਕ ਪਾਸਾ ਜਿਹਦੇ ਨਾਲ ਅਸੀਂ ਲੂਡੋ ਗੇਮ ਖੇਡਦੇ ਹਾਂ। ਇਹਦੇ ਉੱਪਰ ਕੀ ਹੈ, ਸਾਡੇ ਕੋਲੇ 1 ਤੋਂ ਲੈ ਕੇ 6 ਤੱਕ ਜਿਹੜੀ ਗਿਣਤੀ ਆ ਉਹ ਲਿਖੀ ਹੋਈ ਹੁੰਦੀ ਹੈ। ਤਾਂ ਜਦੋਂ ਅਸੀਂ ਇਸ ਪਾਸੇ ਨੂੰ ਇੱਕ ਵਾਰੀ ਸੁੱਟਾਂਗੇ ਤਾਂ ਇਹਦੇ ਉੱਪਰ ਕੀ ਹੈ, ਜਾਂ ਤਾਂ 1 ਆ ਸਕਦਾ ਹੈ, ਜਾਂ 2 ਆ ਸਕਦਾ ਹੈ, ਜਾਂ 3, 4, 5 ਜਾਂ ਫਿਰ 6। 6 ਤੋਂ ਵੱਡੀ ਸੰਖਿਆ ਹੈ ਜੋ ਇਹਦੇ ਉੱਪਰ ਨਹੀਂ ਆ ਸਕਦੀ, ਕਿਉਂਕਿ ਇਹਦੇ ਵਿੱਚ ਕੀ ਆ, ਸਾਡੇ ਕੋਲੇ ਕੁੱਲ 6 ਤੱਕ ਹੀ ਸੰਖਿਆਵਾਂ ਹੁੰਦੀਆਂ। ਇਸ ਤਰ੍ਹਾਂ ਜੇਕਰ ਸਾਡੇ ਤੋਂ ਇਹ ਪੁੱਛਿਆ ਜਾਵੇ ਕਿ ਜੇ ਅਸੀਂ ਇਸ ਪਾਸੇ ਨੂੰ ਇੱਕ ਵਾਰ ਸੁੱਟਦੇ ਹਾਂ ਤਾਂ 7 ਅੰਕ ਆਉਣ ਦੀ ਸੰਭਾਵਨਾ ਦੱਸੋ, ਕਿਉਂਕਿ ਆਪਾਂ ਨੂੰ ਪਤਾ ਵੀ ਇਹਦੇ ਉੱਪਰ ਗਿਣਤੀ 6 ਤੱਕ ਹੁੰਦੀ ਹੈ, ਇਸ ਕਰਕੇ 7 ਤਾਂ ਕਦੇ ਆ ਹੀ ਨਹੀਂ ਸਕਦਾ। ਤਾਂ ਇਹ ਜੀ ਸਥਿਤੀ ਨੂੰ ਅਸੀਂ ਕਹਿੰਦੇ ਆ ਅਸੰਭਵ ਘਟਨਾ ਯਾਨੀ ਇੰਪੋਸੀਬਲ ਇਵੈਂਟ। ਤੇ ਜੋ ਇੰਪੋਸੀਬਲ ਇਵੈਂਟ ਹੁੰਦਾ ਹੈ ਉਹਦੀ ਪ੍ਰੋਬੇਬਿਲਿਟੀ ਸਾਡੇ ਕੋਲੇ ਹਮੇਸ਼ਾ 0 ਹੁੰਦੀ ਹੈ। ਇਹ ਆਪਾਂ ਯਾਦ ਰੱਖਣਾ ਹੈ। ਜੋ ਘਟਨਾ ਕਦੇ ਵਾਪਰ ਹੀ ਨਹੀਂ ਸਕਦੀ ਉਹਦੀ ਜੋ ਸੰਭਾਵਨਾ ਹੈ ਉਹ 0 ਹੁੰਦੀ ਹੈ। ਇਸੇ ਤਰ੍ਹਾਂ ਸਾਨੂੰ ਇਹ ਪੁੱਛਿਆ ਜਾਵੇ ਕਿ ਇਸ ਪਾਸੇ ਨੂੰ ਜੇ ਅਸੀਂ ਇੱਕ ਵਾਰੀ ਸੁੱਟਦੇ ਹਾਂ ਤਾਂ ਉਹਦੇ ਉੱਪਰ ਕੀ ਹੈ, 7 ਤੋਂ ਛੋਟੀ ਸੰਖਿਆ ਆਉਣ ਦੀ ਸੰਭਾਵਨਾ ਦੱਸੋ। ਤਾਂ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਇਸ ਪਾਸੇ ਨੂੰ ਸੁੱਟਾਂਗੇ ਤਾਂ ਜਿੰਨੀਆਂ ਵੀ ਸੰਖਿਆਵਾਂ ਉੱਪਰ ਆ ਸਕਦੀਆਂ ਉਹ ਸਾਰੀਆਂ ਕੀ ਹੈ, 7 ਤੋਂ ਛੋਟੀਆਂ। ਮਤਲਬ ਇੱਕ ਸੰਖਿਆ ਪੱਕੀ ਹੀ ਹੈ, ਜਿਹੜੀ ਵੀ ਆਊਗੀ ਉਹ 7 ਤੋਂ ਛੋਟੀ ਹੋਊਗੀ। ਇਸ ਤਰ੍ਹਾਂ ਦੀ ਸੰਭਾਵਨਾ ਨੂੰ ਅਸੀਂ ਕਹਿੰਦੇ ਹਾਂ ਨਿਸ਼ਚਿਤ ਸੰਭਾਵਨਾ, ਯਾਨੀ ਪੱਕਾ ਹੀ ਹੈ, ਜੋ ਸਾਡੇ ਤੋਂ ਪੁੱਛਿਆ ਗਿਆ ਉਹ ਹੋਣਾ ਹੀ ਹੋਣਾ। ਤਾਂ ਅਜਿਹੀ ਘਟਨਾ ਦੀ ਸੰਭਾਵਨਾ ਹਮੇਸ਼ਾ 1 ਹੁੰਦੀ ਹੈ। ਯਾਨੀ ਅਸੀਂ ਇਹ ਯਾਦ ਰੱਖਣਾ ਹੈ ਕਿ ਜੇ ਸਾਡੇ ਕੋਲੇ ਕੋਈ ਘਟਨਾ ਨਿਸ਼ਚਿਤ ਹੈ ਵੀ ਉਹਦਾ ਵਾਪਰਨਾ ਪੱਕਾ ਹੀ ਹੈ, ਵੀ ਹੋਣਾ ਹੀ ਹੋਣਾ ਹੈ, ਤਾਂ ਉਸ ਦੀ ਸੰਭਾਵਨਾ ਹੁੰਦੀ ਹੈ 1। ਤੇ ਹੁਣ ਆਪਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੋ ਸੰਭਾਵਨਾ ਹੈ ਉਹਦਾ ਜਿਹੜਾ ਆਨਸਰ ਹੈ ਸਾਡੇ ਕੋਲੇ ਘੱਟੋ ਘੱਟ 0 ਹੋ ਸਕਦਾ ਹੈ ਤੇ ਵੱਧ ਤੋਂ ਵੱਧ 1 ਹੋ ਸਕਦਾ ਹੈ। ਨਾ ਤਾਂ ਸੰਭਾਵਨਾ ਦਾ ਆਨਸਰ 0 ਤੋਂ ਛੋਟਾ ਹੋਊਗਾ ਤੇ ਨਾ ਹੀ ਸੰਭਾਵਨਾ ਦਾ ਆਨਸਰ ਕਦੇ 1 ਤੋਂ ਵੱਡਾ ਹੋਊਗਾ। ਹੁਣ ਆਪਾਂ ਪਾਸੇ ਬਾਰੇ ਕੁਝ ਹੋਰ ਗੱਲਾਂ ਜਾਣਦੇ ਹਾਂ। ਜਿਵੇਂ ਸਾਨੂੰ ਪਤਾ ਹੈ ਕਿ ਪਾਸੇ ਦੇ ਉੱਪਰ ਜਾਂ ਤਾਂ 1 ਆ ਸਕਦਾ ਹੈ, ਜਾਂ 2 ਆ ਸਕਦਾ ਹੈ, ਜਾਂ 3, ਜਾਂ 4, ਜਾਂ 5 ਤੇ ਜਾਂ 6। ਕਈ ਵਾਰੀ ਸਾਡੇ ਤੋਂ ਪੁੱਛ ਲਿਆ ਜਾਂਦਾ ਹੈ ਕਿ ਜਦੋਂ ਅਸੀਂ ਇੱਕ ਪਾਸੇ ਨੂੰ ਸੁੱਟਦੇ ਹਾਂ ਤਾਂ ਜਿਸਤ ਸੰਖਿਆ ਆਉਣ ਦੀ ਸੰਭਾਵਨਾ ਦੱਸੋ। ਤਾਂ ਇਹਦੇ ਵਿੱਚ ਅਗਰ ਅਸੀਂ ਜਿਸਤ ਸੰਖਿਆਵਾਂ ਦੇਖੀਏ ਤਾਂ ਜਿਸਤ ਸੰਖਿਆਵਾਂ ਉਹ ਹੁੰਦੀਆਂ ਜਿਹੜੀਆਂ 2 ਦੇ ਪਹਾੜੇ ਵਿੱਚ ਭਾਗ ਹੋ ਜਾਂਦੀਆਂ। ਯਾਨੀ ਇੱਕ ਤਾਂ 2 ਹੋ ਜੂ, ਇੱਕ 4 ਹੋ ਜੂ, ਇੱਕ 6 ਹੋ ਜੂ। ਯਾਨੀ ਅਸੀਂ ਕੀ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਪਾਸੇ ਨੂੰ ਇੱਕ ਵਾਰੀ ਸੁੱਟਾਂਗੇ ਤਾਂ ਸਾਡੇ ਕੋਲੇ ਜਿਸਤ ਸੰਖਿਆਵਾਂ ਕਿੰਨੀਆਂ ਆਉਣਗੀਆਂ, 3 ਆਉਣਗੀਆਂ। ਤੇ ਇਹ 3 ਸੰਖਿਆਵਾਂ ਕਿਹੜੀਆਂ-ਕਿਹੜੀਆਂ, 2, 4 ਤੇ 6। ਇਸੇ ਤਰ੍ਹਾਂ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਜੇਕਰ ਅਸੀਂ ਪਾਸੇ ਨੂੰ ਇੱਕ ਵਾਰੀ ਸੁੱਟਦੇ ਹਾਂ ਤਾਂ ਟਾਂਕ ਸੰਖਿਆ ਆਉਣ ਦੀ ਸੰਭਾਵਨਾ ਦੱਸੋ। ਤਾਂ ਟਾਂਕ ਸੰਖਿਆਵਾਂ ਉਹ ਹੁੰਦੀਆਂ ਜੋ 2 ਦੇ ਪਹਾੜੇ ਵਿੱਚ ਨਹੀਂ ਆਉਂਦੀਆਂ, ਜਿਵੇਂ 1, 3 ਤੇ 5। ਯਾਨੀ ਸਾਡੇ ਕੋਲੇ ਟਾਂਕ ਸੰਖਿਆਵਾਂ ਵੀ ਪਾਸੇ ਦੇ ਉੱਪਰ 3 ਹੁੰਦੀਆਂ। ਕਈ ਵਾਰੀ ਸਾਨੂੰ ਪੁੱਛਿਆ ਜਾਂਦਾ ਅਭਾਜ ਸੰਖਿਆਵਾਂ। ਤਾਂ ਅਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਜਿਹੜੀਆਂ ਕੀ ਹੈ 1 ਤੋਂ ਵੱਡੀਆਂ ਹੋਣ
प्लस दूसरी गल यह है कि वह सिर्फ आपदे पहाड़े दे विच ही आउंदियां होण। जिवें साडे कोले 2 है तो 2 की है अभाज्य संख्या और 2 की है साडे कोले सिर्फ आपदे पहाड़े 'च ही आउंदा है। उस तरह जिवें 3 है 3 की है अभाज्य संख्या ते 3 सिर्फ 3 दे पहाड़े 'च ही आउंदा है। उस तो बाद है साडे कोले 4 तो 4 देखो 2 दे पहाड़े विच आउंदा है, इस करके यह अभाज्य संख्या नहीं है। उस तो अगे है 5 5 देखो ना तो 2 दे पहाड़े 'च आउंदा है ना ही 3 दे, इस तरह यह की है साडे कोले एक अभाज्य संख्या। उस तो अगे है 6 6 है जिहड़ा यह 2 दे पहाड़े 'च भी आ जांदा है 3 दे पहाड़े विच भी आ जांदा है, इस करके यह अभाज्य संख्या नहीं है। तो पासे दे उपर अभाज्य संख्यावां फिर साडे कोले किहड़ियां हुंदियां, एक तो 2 दूजा 3 ते तीजा 5, यानी अभाज्य संख्यावां भी साडे कोले पासे दे उपर 3 हुंदियां। यह चीज़ आपां याद रखनी है। और साडे कोले जो संभावना का फॉर्मूला हुंदा है तो असीं लिखदे हैगे आ संभावना बराबर अनुकूल परिणामां दी संख्या, इहनूं असीं इंग्लिश च कह दिंदे आ नंबर ऑफ फेवरेबल आउटकम्स बटा कुल परिणामां दी संख्या, इहनूं असीं कह दिंदे आ टोटल नंबर ऑफ आउटकम्स। तो जदों भी असी संभावना का सवाल सॉल्व करांगे तो असी इस फॉर्मूले का जिहड़ा यूज़ आ वो करांगे। इस तरह साडे कोले संभावना का एक फॉर्मूला यह हुंदा है, किसी घटना का होना असी उहनूं ई मान लिया, मतलब किसी घटना का होना प्लस किसी घटना का ना होना, इहनूं असी इस तरह डिनोट करता, इहनूं पढ़दे हां असी ई नॉट बराबर 1। असी इस फॉर्मूले का भी जिहड़ा यूज़ है करांगे। तो जो भी असी प्रोबेबिलिटी के सवाल करांगे दोनों इन्हां फॉर्मूलिਆਂ के उपर ही बेस्ड होणगे। तो हुण असी ताश के बारे कुछ जानकारी हासिल करते हैं। तो साडे कोले जिहड़ी ताश है उहदे विच कुल पत्ते जो हुंदे आ ओह 52 हुंदे आ। उन्हां 52 पत्तिਆਂ ਨੂੰ ਅਸੀਂ 13 ਦੇ 4 ग्रुपां ਦੇ ਵਿੱਚ ਵੰਡਿਆ ਹੋਇਆ ਤੇ ਉਹ 4 ग्रुप ਕਿਹੜੇ-ਕਿਹੜੇ ਆ देखो, जिवें साडे कोल ਇਹ वाला पत्ता है, इस निशान ਨੂੰ ਅਸੀਂ बोलते हैं इट यानी डायमंड, और जिहड़ा ਇਹ वाला निशान है इहनूं ਅਸੀਂ बोलते हैं पान यानी हर्ट, और यह है साडे कोले चिड़ी यानी क्लब, और यह हैगा साडे कोले हुकम यानी स्पेड। तो ताश दे विच की है 13 पत्ते हुंदे आ डायमंड यानी इट दे, और 13 पत्ते हुंदे आ पान यानी हार्ट दे, और 13 पत्ते हुंदे आ क्लब यानी चिड़ी दे, और 13 पत्ते ही हुंदे आ स्पेड यानी हुकम दे। तो सारे 13 पत्तिਆਂ ਨੂੰ ਅਸੀਂ इन्हां 4 ग्रुपां ਦੇ ਵਿੱਚ ਵੰਡਿਆ ਹੋਇਆ। ਇਸੇ ਤਰ੍ਹਾਂ 13 13 13 ਮਿਲਾ ਕੇ ਸਾਰੇ ਪੱਤੇ 52 ਹੋ ਜਾਂਦੇ ਆ। ਤਾਂ ਹੁਣ ਇਹ 13 ਪੱਤੇ ਕਿਹੜੇ-ਕਿਹੜੇ ਹੁੰਦੇ ਆ ਆਪਾਂ ਉਹਨਾਂ ਬਾਰੇ ਵੀ ਜਾਣਦੇ ਆ। एस यानी यक्का, दुक्की, तिक्की, चौकी, पंजी, छिक्की, सत्ती, अट्ठी, नैला, दैला, जैक यानी गुलाम, क्वीन यानी बेगम ते किंग यानी बादशाह। जिमें यह सारे पत्ते साडे कोले चिड़ी यानी क्लब दे आ, इसे तरह ही 13 पत्ते जिहड़े साडे कोले स्पेड दे, इसे तरह ही 13 पान यानी हर्ट दे, और इसे तरह ही साडे कोले 13 पत्ते इट दे हुंदे आ। और इत्थे आपां एक गल ये भी नोट करनी है कि जो साडे कोले ये इट ते पान दा पत्ता है, इन्हां दा जिहड़ा रंग हुंदा वो लाल हुंदा, यानी 13 पत्ते इट दे लाल और 13 पत्ते ही पान दे लाल। इस तरह टोटल ताश दे विच लाल रंग दे पत्ते किन्ने हो जांदे आ साडे कोले 13 + 13 26। उस तरह साडे कोले चिड़ी ते हुकम इन्हां दे पत्तियां दा भी जिहड़ा रंग हैगा वो काला हुंदा, और ये भी पत्ते 13 हुंदे आ और ये भी 13 हुंदे आ। इस तरह साडे कोले काले रंग के पत्तियां की संख्या भी है जो वो 26 हुंदी है। नैक्सट है साडे कोले तस्वीर वाले पत्ते। तो साडे कोले की है देखो, एक तो जैक के उपर फोटो बनी हुई है, एक क्वीन के उपर और एक किंग के उपर। इस तरह साडे कोले की है जो ये चिड़ी वाले पत्ते है, इन्हां विच तस्वीर वाले पत्तियां की संख्या है 3। इस तरह ही 3 पत्ते साडे कोले पान दे विच होणगे, 3 पत्ते इट दे विच होणगे, और 3 पत्ते हुकम दे विच होणगे। तो आपां याद रखना है कि पूरी ताश दे विच कुल जो तस्वीर वाले पत्ते है उन्हां दी संख्या हुंदी है 12। तो यह चीज़ साडे कोले ताश दे बारे कुछ जानकारी। हुण आपां सिक्के की गल करते हैं। तो देखो असी जदों भी सिक्के नूं सुट्टदे हां तो उहदे उपर की है साडे कोले 2 चीज़ां हुंदियां,
ਇੱਕ ਤਾਂ ਹੈਡ ਤੇ ਦੂਸਰਾ ਟੇਲ। ਜੇ ਤਾਂ ਸਾਡੇ ਤੋਂ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਅਸੀਂ ਇੱਕ ਸਿੱਕੇ ਨੂੰ ਇੱਕ ਵਾਰੀ ਸੁੱਟਿਆ ਤਾਂ ਉਹਦੇ ਕੁੱਲ ਪਰਿਣਾਮਾਂ ਦੀ ਗਿਣਤੀ ਦੱਸੋ, ਤਾਂ ਅਸੀਂ ਧਿਆਨ 'ਚ ਰੱਖਣਾ ਹੈ ਕਿ ਸਿੱਕੇ ਨੂੰ ਸੁੱਟਣ ਤੇ ਦੋ ਹੀ ਪਰਿਣਾਮ ਆਉਂਦੇ ਆ, ਇੱਕ ਹੈਡ ਤੇ ਇੱਕ ਟੇਲ, ਯਾਨੀ ਕੁੱਲ ਪਰਿਣਾਮ ਸਾਡੇ ਹੋ ਜਾਣਗੇ 2। ਕਈ ਵਾਰੀ ਸਾਡੇ ਤੋਂ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਸਿੱਕੇ ਨੂੰ ਕੀ ਹੈ 2 ਵਾਰੀ ਉਛਾਲਿਆ ਜਾਂਦਾ ਹੈ, ਤਾਂ ਉਹਦੇ ਅਸੀਂ ਕੁੱਲ ਪਰਿਣਾਮ ਦੱਸਣੇ ਆ ਕਿੰਨੇ ਹੋਣਗੇ। ਤਾਂ ਜਦੋਂ ਸਾਡੇ ਕੋਲੇ ਇਸ ਟਾਈਪ ਦਾ ਸਵਾਲ ਆਵੇ ਤਾਂ ਅਸੀਂ ਦੇਖੋ ਉਹਦੇ ਕੁੱਲ ਪਰਿਣਾਮ ਕਿਵੇਂ ਬਣਾਵਾਂਗੇ। ਦੇਖੋ ਅਸੀਂ ਪਹਿਲੀ ਵਾਰ ਸਿੱਕਾ ਸੁੱਟਿਆ, ਜਾਂ ਤਾਂ ਹੈਡ ਆਊਗਾ ਜਾਂ ਟੇਲ ਆਊ। ਫਿਰ ਦੇਖੋ ਅਸੀਂ ਸਿੱਕੇ ਨੂੰ ਦੁਬਾਰੇ ਸੁੱਟਣਾ ਹੈ। ਜਦੋਂ ਸਿੱਕੇ ਨੂੰ ਦੁਬਾਰੇ ਸੁੱਟਾਂਗੇ ਤਾਂ ਦੁਬਾਰੇ ਸੁੱਟਣ ਤੇ ਵੀ ਉਹਦੇ ਉੱਪਰ ਕੀ ਹੈ, ਜਾਂ ਤਾਂ ਹੈਡ ਆ ਸਕਦਾ ਹੈ ਤੇ ਜਾਂ ਟੇਲ ਆ ਸਕਦਾ ਹੈ। ਜੇ ਅਸੀਂ ਫਿਰ ਸਿੱਕੇ ਨੂੰ ਮਤਲਬ ਟੇਲ ਆਇਆ ਹੋਵੇ ਦੁਬਾਰੇ ਸੁੱਟਾਂਗੇ ਤਾਂ ਉਹ 'ਤੇ ਵੀ ਹੈਡ ਜਾਂ ਟੇਲ ਆ ਸਾਡੇ ਕੋਲੇ ਹੋ ਸਕਦਾ ਹੈ। ਇਸ ਤਰ੍ਹਾਂ ਸਾਡੇ ਕੋਲੇ ਕੁੱਲ ਪਰਿਣਾਮ ਕੀ ਹੋ ਸਕਦੇ ਆ, ਜਾਂ ਤਾਂ ਦੋਨਾਂ ਦੇ ਉੱਪਰ ਹੋ ਸਕਦਾ ਹੈ ਹੈਡ, ਜਾਂ ਇਹ ਹੋ ਸਕਦਾ ਵੀ ਪਹਿਲੇ ਤੇ ਹੈਡ ਹੋਵੇ ਔਰ ਦੂਸਰੇ ਤੇ ਟੇਲ ਹੋਵੇ, ਜਾਂ ਇਹ ਵੀ ਹੋ ਸਕਦਾ ਹੈ ਵੀ ਸਾਡੇ ਕੋਲੇ ਪਹਿਲੇ ਤੇ ਟੇਲ ਹੋਵੇ ਦੂਸਰੇ ਤੇ ਹੈਡ ਹੋਵੇ, ਜਾਂ ਕੀ ਹੋ ਸਕਦਾ ਹੈ ਦੋਨਾਂ ਦੇ ਉੱਪਰ ਟੇਲ ਹੋਵੇ। ਇਸ ਤਰ੍ਹਾਂ ਸਾਡੇ ਕੋਲੇ ਜਿਹੜੇ ਕੁੱਲ ਪਰਿਣਾਮ ਆ ਉਹ ਕਿੰਨੇ ਹੋ ਜਾਣਗੇ, 1 2 3 4। ਇਸੇ ਤਰ੍ਹਾਂ ਸਿੱਕੇ ਨੂੰ 3 ਵਾਰੀ ਵੀ ਸੁੱਟਿਆ ਜਾ ਸਕਦਾ ਹੈ। ਦੇਖੋ ਜੇ ਅਸੀਂ ਸਿੱਕੇ ਨੂੰ 3 ਵਾਰ ਸੁੱਟਾਂਗੇ ਤਾਂ ਇੱਥੋਂ ਹੀ ਫਿਰ ਅਸੀਂ ਅੱਗੇ ਕੀ ਆ ਹੋਰ 2 ਕੇਸ ਬਣਾ ਦਾਂਗੇ, ਇੱਕ ਹੈਡ ਦਾ ਇੱਕ ਟੇਲ ਦਾ। ਤਾਂ ਉਸੇ ਤਰ੍ਹਾਂ ਅਸੀਂ ਇੱਥੋਂ ਹੈਡ ਤੇ ਟੇਲ ਦੇ ਬਣਾ ਦਾਂਗੇ, ਇੱਥੋਂ ਵੀ ਹੈਡ ਟੇਲ, ਇੱਥੋਂ ਵੀ ਹੈਡ ਟੇਲ। ਤਾਂ ਇਸ ਤਰ੍ਹਾਂ ਅਸੀਂ ਕੀ ਆ ਕੁੱਲ ਪਰਿਣਾਮ ਹੈ ਜਿਹੜੇ ਉਹਨਾਂ ਦੀ ਗਿਣਤੀ ਬਣਾ ਸਕਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਗਿਣਤੀ ਪੂਰੀ ਕਰਾਂਗੇ ਤਾਂ ਕੁੱਲ ਪਰਿਣਾਮ ਹੈ ਜੋ ਸਾਡੇ ਕੋਲੇ ਉਹ 8 ਹੋ ਜਾਣਗੇ। ਤਾਂ ਸਾਡੇ ਕੋਲੇ ਉਹ ਆਹ ਵਾਲੇ 8 ਕੇਸ ਹੈ ਜਿਹੜੇ ਹੋ ਸਕਦੇ ਆ। ਹੁਣ ਆਪਾਂ ਇਹਨਾਂ ਦੇ ਨਾਲ ਰਿਲੇਟਡ ਕੁਝ ਸਮ ਕਰਦੇ ਹਾਂ। ਤਾਂ ਫਸਟ ਸਮ ਹੈ ਸਾਡੇ ਕੋਲੇ, ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਯਾਨੀ ਆਪਾਂ ਦੱਸਣਾ ਹੈ ਕਿ ਜੋ ਇਹ ਸਾਨੂੰ 4 ਆਪਸ਼ਨ ਦਿੱਤੇ ਹੋਏ ਹੈ ਇਹਨਾਂ ਵਿੱਚੋਂ ਕਿਹੜਾ ਆਨਸਰ ਕਿਸੇ ਦੀ ਵੀ ਸੰਭਾਵਨਾ ਦਾ ਨਹੀਂ ਹੋ ਸਕਦਾ। ਤਾਂ ਪਹਿਲਾ ਆਪਸ਼ਨ ਹੈ ਸਾਡੇ ਕੋਲੇ 2/3। 2/3 ਜਦੋਂ ਅਸੀਂ ਸੋਲਵ ਕਰਾਂਗੇ ਤਾਂ ਆਨਸਰ ਹੈ ਜੋ ਸਾਡਾ 1 ਤੋਂ ਛੋਟਾ ਹੋਏਗਾ, ਤਾਂ ਇਹਦਾ ਮਤਲਬ ਇਹ ਤਾਂ ਸੰਭਾਵਨਾ ਹੋ ਸਕਦੀ ਹੈ। ਸੈਕੰਡ ਆਪਸ਼ਨ ਹੈ 55%। ਜੇ ਅਸੀਂ ਇਹਨੂੰ ਸੋਲਵ ਕਰਾਂਗੇ 55/100 ਲਿਖ ਕੇ ਤਾਂ ਉਹ ਸਾਡੇ ਕੋਲੇ ਆ ਜਾਏਗਾ 0.55, ਯਾਨੀ ਉਹ ਵੀ ਆਨਸਰ ਸਾਡੇ ਕੋਲੇ 1 ਤੋਂ ਛੋਟਾ ਹੋਏਗਾ, ਯਾਨੀ ਇਹ ਵੀ ਸੰਭਾਵਨਾ ਹੋ ਸਕਦੀ ਹੈ। ਥਰਡ ਆਪਸ਼ਨ ਹੈ ਸਾਡੇ ਕੋਲੇ 2, ਔਰ ਮੈਂ ਦੱਸਿਆ ਸੀ ਕਿ ਕਿਸੇ ਵੀ ਘਟਨਾ ਦੀ ਜਿਹੜੀ ਸੰਭਾਵਨਾ ਦਾ ਆਨਸਰ ਹੈ ਉਹ ਵੱਧ ਤੋਂ ਵੱਧ 1 ਹੋ ਸਕਦਾ ਹੈ। ਤਾਂ ਇਸ ਕਰਕੇ ਸਾਡਾ ਇਸ ਸਵਾਲ ਦਾ ਆਨਸਰ ਹੈ ਜਿਹੜਾ ਉਹ ਸੀ ਆਪਸ਼ਨ ਹੋਏਗਾ, ਯਾਨੀ ਜਿਹੜਾ 2 ਹੈ ਇਹ ਕਿਸੇ ਵੀ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਨੈਕਸਟ ਹੈ ਅਸੰਭਵ ਘਟਨਾ ਦੀ ਸੰਭਾਵਨਾ ਹੁੰਦੀ ਹੈ। ਆਪਾਂ ਇਹ ਦੱਸਣਾ ਹੈ ਕਿ ਜੋ ਇਹ ਆਪਸ਼ਨ ਦਿੱਤੇ ਹੋਏ ਹੈ ਇਹਨਾਂ ਦੇ ਵਿੱਚੋਂ ਅਸੰਭਵ ਘਟਨਾ ਦੀ ਸੰਭਾਵਨਾ ਕਿਹੜੀ ਹੈ। ਅਸੰਭਵ ਘਟਨਾ ਜਿਹੜੀ ਕਦੇ ਹੋ ਹੀ ਨਹੀਂ ਸਕਦੀ। ਤਾਂ ਮੈਂ ਸ਼ੁਰੂ ਦੇ ਵਿੱਚ ਹੀ ਦੱਸਿਆ ਸੀ ਤੁਹਾਨੂੰ, ਅਸੰਭਵ ਘਟਨਾ ਦੀ ਜਿਹੜੀ ਸੰਭਾਵਨਾ ਹੈ ਉਹ ਕੀ ਹੁੰਦੀ ਹੈ, 0, ਯਾਨੀ ਸਾਡਾ ਆਪਸ਼ਨ ਫਸਟ ਸਹੀ ਹੋਏਗਾ। ਨੈਕਸਟ ਹੈ ਨਿਸ਼ਚਿਤ ਘਟਨਾ ਦੀ ਸੰਭਾਵਨਾ ਹੁੰਦੀ ਹੈ। ਨਿਸ਼ਚਿਤ ਘਟਨਾ ਨੂੰ ਅਸੀਂ ਸੰਭਵ ਘਟਨਾ ਵੀ ਕਹਿ ਦਿੰਦੇ ਹਾਂ। ਤਾਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਜੋ ਨਿਸ਼ਚਿਤ ਘਟਨਾ ਹੈ ਉਹਦੀ ਸੰਭਾਵਨਾ ਕੀ ਹੁੰਦੀ ਹੈ, 1, ਤਾਂ ਸਾਡਾ ਆਪਸ਼ਨ ਹੋ ਜਾਏਗਾ B। ਨੈਕਸਟ ਹੈ ਜੇਕਰ ਕਿਸੇ ਖੇਡ ਨੂੰ ਜਿੱਤਣ ਦੀ ਸੰਭਾਵਨਾ 0.65 ਹੈ ਤਾਂ ਉਸ ਨੂੰ ਹਾਰਨ ਦੀ ਸੰਭਾਵਨਾ ਅਸੀਂ ਦੱਸਣੀ ਹੈ ਕੀ ਹੋਵੇਗੀ। ਤਾਂ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸਿਆ ਸੀ, ਕਿਸੇ ਘਟਨਾ ਦਾ ਹੋਣਾ ਪਲੱਸ ਕਿਸੇ ਘਟਨਾ ਦਾ ਨਾ ਹੋਣਾ, ਉਹਦਾ ਜਿਹੜਾ ਜੋੜ ਹੈ ਕਿਹਦੇ ਬਰਾਬਰ ਹੁੰਦਾ ਹੈ, 1 ਦੇ। ਤੇ ਹੁਣ ਆਪਾਂ ਨੂੰ ਜਿੱਤਣ ਦੀ ਸੰਭਾਵਨਾ ਦਿੱਤੀ ਹੋਈ ਹੈ 0.65, ਤਾਂ ਅਸੀਂ ਇਹਨੂੰ ਲਿਖ ਲਾਂਗੇ 0.65 ਘਟਨਾ ਦਾ ਨਾ ਹੋਣਾ ਬਰਾਬਰ 1। ਇਸ ਨੂੰ ਜਦੋਂ ਅਸੀਂ ਇੱਧਰ ਸ਼ਿਫਟ ਕਰਾਂਗੇ ਤਾਂ ਇਹ ਸਾਡੇ ਕੋਲੇ ਹੋ ਜਾਊਗਾ 1 ਮਾਈਨਸ 0.65। ਤਾਂ ਫਿਰ ਅਸੀਂ ਜਦੋਂ 1 ਦੇ ਵਿੱਚੋਂ 0.65 ਮਾਈਨਸ ਕਰਾਂਗੇ ਤਾਂ ਇਹਦੇ ਲਈ ਅਸੀਂ ਲਿਖਾਂਗੇ 1.00 ਫਿਰ 0.65। ਇਹਨੂੰ ਜਦੋਂ ਅਸੀਂ ਕੈਲਕੂਲੇਟ ਕਰਾਂਗੇ ਤਾਂ ਸਾਡਾ ਆਨਸਰ ਕਿੰਨਾ ਆ ਜਾਊਗਾ, 0.35। ਤਾਂ 0.35 ਸਾਡਾ ਹੈ ਸੈਕਿੰਡ ਆਪਸ਼ਨ। ਇਸ ਦਾ ਮਤਲਬ ਜੋ ਸਾਡਾ ਸੈਕਿੰਡ ਆਪਸ਼ਨ ਹੈ ਉਹ ਠੀਕ ਹੋਏਗਾ। ਨੈਕਸਟ ਹੈ
ਇੱਕ ਪਾਸੇ ਨੂੰ ਇੱਕ ਵਾਰ ਸੁੱਟਣ ਤੇ 5 ਤੋਂ ਘੱਟ ਅੰਕ ਉੱਪਰ ਆਉਣ ਦੀ ਸੰਭਾਵਨਾ ਕਿੰਨੀ ਹੋਵੇਗੀ। ਤਾਂ ਦੇਖੋ ਜਦੋਂ ਆਪਾਂ ਪਾਸੇ ਨੂੰ ਸੁੱਟਦੇ ਹਾਂ ਤਾਂ ਪਾਸੇ ਦੇ ਉੱਪਰ ਵੱਧ ਤੋਂ ਵੱਧ ਸਾਡੇ ਕੋਲੇ ਕਿੰਨੇ ਆਨਸਰ ਹੋ ਸਕਦੇ ਆ, 1 ਤੋਂ ਲੈ ਕੇ 6 ਤੱਕ ਦੀ ਗਿਣਤੀ, ਯਾਨੀ ਜੋ ਸਾਡੇ ਕੁੱਲ ਪਰਿਣਾਮ ਹੈਗੇ ਆ ਉਹ ਹੋ ਸਕਦੇ ਆ 6। ਹੁਣ ਸਾਡੇ ਤੋਂ ਪੁੱਛਿਆ ਗਿਆ ਵੀ ਅੰਕ ਕੀ ਹੈ, 5 ਤੋਂ ਘੱਟ ਹੋਣਾ ਚਾਹੀਦਾ। ਤਾਂ 5 ਤੋਂ ਘੱਟ ਕਿਹੜੇ ਕਿਹੜੇ ਅੱਖਰ ਹੋ ਸਕਦੇ ਆ ਉਹਦੇ ਉੱਪਰ, 1 ਹੋ ਸਕਦਾ ਹੈ, 2 ਹੋ ਸਕਦਾ ਹੈ, 3 ਤੇ 4, ਯਾਨੀ ਸਾਡੇ ਕੋਲੇ ਅਨੁਕੂਲ ਪਰਿਣਾਮ ਯਾਨੀ ਸੰਭਵ ਪਰਿਣਾਮ ਕਿੰਨੇ ਹੋ ਜਾਣਗੇ, 4। ਤੇ ਫਿਰ ਸਾਡਾ ਸੰਭਾਵਨਾ ਦਾ ਫਾਰਮੂਲਾ ਕੀ ਹੈ, ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਤਾਂ ਅਨੁਕੂਲ ਪਰਿਣਾਮ ਹੈਗੇ ਆ ਸਾਡੇ ਕੋਲੇ 4 ਔਰ ਕੁੱਲ ਪਰਿਣਾਮ ਹੈਗੇ ਆ 6। ਜਦੋਂ ਅਸੀਂ ਇਹਨਾਂ ਨੂੰ 2 ਦੇ ਪਹਾੜੇ ਤੇ ਭਾਗ ਕਰਾਂਗੇ ਤਾਂ ਸਾਡਾ ਆਨਸਰ ਕਿੰਨਾ ਆ ਜਾਊਗਾ, 2/3, ਯਾਨੀ ਸਾਡਾ ਜੋ ਸੈਕਿੰਡ ਆਪਸ਼ਨ ਹੈ ਇਹ ਬਿਲਕੁਲ ਠੀਕ ਹੋਏਗਾ। ਨੈਕਸਟ ਸਟੇਟਮੈਂਟ ਹੈ, 52 ਪੱਤਿਆਂ ਦੀ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਕੱਢਿਆ ਗਿਆ ਹੈ। ਸੰਭਾਵਨਾ ਪਤਾ ਕਰੋ ਕਿ ਕੱਢਿਆ ਗਿਆ ਪੱਤਾ ਲਾਲ ਰੰਗ ਦਾ ਬਾਦਸ਼ਾਹ ਹੋਵੇਗਾ। ਤਾਂ ਦੇਖੋ ਕੁੱਲ ਪਰਿਣਾਮ ਤਾਂ ਹੈਗੇ ਆ ਸਾਡੇ 52 ਔਰ ਅਸੀਂ ਦੱਸਣਾ ਕਿ ਅਸੀਂ ਲਾਲ ਰੰਗ ਦਾ ਬਾਦਸ਼ਾਹ ਕੱਢਿਆ। ਤਾਂ ਆਪਾਂ ਨੂੰ ਪਤਾ ਹੈ ਵੀ ਜੋ ਬਾਦਸ਼ਾਹ ਦੇ ਪੱਤੇ ਹੁੰਦੇ ਆ, ਬਾਦਸ਼ਾਹ ਮਤਲਬ ਕੇ ਵਾਲਾ ਪੱਤਾ ਯਾਨੀ ਕਿੰਗ ਵਾਲਾ, ਤਾਂ ਉਹ ਸਾਡੇ ਕੋਲੇ ਟੋਟਲ ਪੱਤੇ ਸੀਗੇ 4। ਚਾਰਾਂ ਦੇ ਵਿੱਚੋਂ 2 ਸੀਗੇ ਲਾਲ ਰੰਗ ਦੇ ਔਰ 2 ਸੀਗੇ ਕਾਲੇ ਰੰਗ ਦੇ। ਹੁਣ ਆਪਣੇ ਤੋਂ ਸੰਭਾਵਨਾ ਪੁੱਛੀ ਗਈ ਹੈ ਵੀ ਪੱਤਾ ਕੀ ਆ, ਲਾਲ ਰੰਗ ਦਾ ਹੋਣਾ ਚਾਹੀਦਾ। ਤਾਂ ਸੰਭਾਵਨਾ ਦਾ ਫਿਰ ਸਾਡੇ ਕੋਲੇ ਫਾਰਮੂਲਾ ਕੀ ਹੈ, ਅਨੁਕੂਲ ਪਰਿਣਾਮਾਂ ਦੀ ਸੰਖਿਆ। ਅਨੁਕੂਲ ਯਾਨੀ ਅਸੀਂ ਜਿਹੜੇ ਵੀ ਪੱਤੇ ਦਾ ਆਨਸਰ ਦੇਣਾ ਅਸੀਂ ਲਾਲ ਰੰਗ ਦਾ, ਤਾਂ ਲਾਲ ਰੰਗ ਦੇ ਪੱਤੇ ਹੈਗੇ ਆ ਸਾਡੇ ਕੋਲੇ 2 ਤੇ ਟੋਟਲ ਪੱਤੇ ਕਿੰਨੇ ਹੈਗੇ ਆ ਸਾਡੇ ਕੋਲੇ 52। ਜਦੋਂ ਅਸੀਂ ਇਹਨਾਂ ਨੂੰ ਆਪਸ ਦੇ ਵਿੱਚ ਕੱਟ ਕਰਾਂਗੇ ਤਾਂ ਸਾਡਾ ਜੋ ਆਨਸਰ ਹੈ ਉਹ ਆ ਜਾਊਗਾ 1/26, ਯਾਨੀ ਜੋ ਸਾਡਾ ਪਹਿਲਾ ਆਪਸ਼ਨ ਹੈ ਉਹ ਠੀਕ ਹੋਏਗਾ। ਨੈਕਸਟ ਸਟੇਟਮੈਂਟ ਹੈ, ਇੱਕ ਪਾਸੇ ਨੂੰ ਇੱਕ ਵਾਰ ਸੁੱਟਣ ਤੇ ਉਸ ਉੱਤੇ ਅਭਾਜ ਅੰਕ ਪ੍ਰਾਪਤ ਹੋਣ ਦੀ ਸੰਭਾਵਨਾ ਹੋਵੇਗੀ। ਤਾਂ ਦੇਖੋ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਜਦੋਂ ਆਪਾਂ ਪਾਸੇ ਨੂੰ ਸੁੱਟਦੇ ਹਾਂ ਤਾਂ ਉਹਦੇ ਉੱਪਰ ਅਭਾਜ ਸੰਖਿਆਵਾਂ ਦੀ ਗਿਣਤੀ ਸਾਡੇ ਕੋਲੇ ਹੁੰਦੀ ਹੈ 3 ਔਰ ਕੁੱਲ ਹਿੱਸੇ ਯਾਨੀ ਕੁੱਲ ਅੱਖਰ ਸਾਡੇ ਕੋਲੇ ਕਿੰਨੇ ਹੁੰਦੇ ਆ 6। ਤਾਂ ਹੁਣ ਆਪਾਂ ਦੱਸਣਾ ਹੈਗਾ ਅਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ। ਤਾਂ ਸਾਡਾ ਸੰਭਾਵਨਾ ਦਾ ਫਾਰਮੂਲਾ ਕੀ ਹੁੰਦਾ ਹੈ, ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਕੁੱਲ ਪਰਿਣਾਮਾਂ ਦੀ ਸੰਖਿਆ। ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਾਂਗੇ ਤਾਂ ਸਾਡਾ ਆਨਸਰ ਕਿੰਨਾ ਆ ਜਾਊਗਾ, 1/2, ਯਾਨੀ ਜੋ ਇਹ ਸਾਡਾ ਪਹਿਲਾ ਆਪਸ਼ਨ ਹੈ ਉਹ ਬਿਲਕੁਲ ਠੀਕ ਹੋਏਗਾ। ਨੈਕਸਟ ਸਟੇਟਮੈਂਟ ਹੈ, ਇੱਕ ਥੈਲੇ ਵਿੱਚ 5 ਲਾਲ 3 ਨੀਲੀਆਂ ਤੇ 4 ਹਰੀਆਂ ਗੇਂਦਾਂ ਔਰ ਥੈਲੇ ਦੇ ਵਿੱਚੋਂ ਕੀ ਹੈ, ਇੱਕ ਗੇਂਦ ਨੂੰ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਔਰ ਆਪਾਂ ਦੱਸਣਾ ਹੈ ਕਿ ਜੋ ਕੱਢੀ ਗਈ ਗੇਂਦ ਹੈ ਉਹ ਕੀ ਹੈ, ਲਾਲ ਨਹੀਂ ਹੋਵੇਗੀ। ਤਾਂ ਸਾਡੇ ਕੋਲੇ ਥੈਲੇ ਦੇ ਵਿੱਚ ਕੁੱਲ ਗੇਂਦਾਂ ਕਿੰਨੀਆਂ, ਅਸੀਂ ਲਿਖਾਂਗੇ ਕੁੱਲ ਗੇਂਦਾਂ ਬਰਾਬਰ, ਦੇਖੋ 5 + 3 + 4, 5 ਤੇ 3 8, 8 ਤੇ 4 12। ਹੁਣ ਦੇਖੋ ਅਸੀਂ ਆਨਸਰ ਦੱਸਣਾ ਹੈ ਵੀ ਲਾਲ ਹੈ ਜਿਹੜੀ ਗੇਂਦ ਨਹੀਂ ਹੋਣੀ ਚਾਹੀਦੀ। ਤਾਂ ਲਾਲ ਤੋਂ ਬਿਨਾ ਬਾਕੀ ਸਾਡੇ ਕੋਲੇ ਕਿੰਨੀਆਂ ਗੇਂਦਾਂ ਹੈਗੀਆਂ, ਯਾਨੀ ਸਾਡੇ ਸੰਭਵ ਪਰਿਣਾਮ ਕਿੰਨੇ ਹੈਗੇ ਆ। ਤਾਂ ਲਾਲ ਵਾਲੇ ਨੂੰ ਆਪਾਂ ਛੱਡ ਦੇਣਾ ਔਰ ਸਾਡੇ ਕੋਲੇ 3 ਨੀਲੀਆਂ ਤੇ 4 ਹਰੀਆਂ ਗੇਂਦਾਂ, ਯਾਨੀ ਸੰਭਵ ਪਰਿਣਾਮ ਸਾਡੇ ਕੋਲੇ ਹੋ ਗਏ 7। ਤਾਂ ਫਿਰ ਸਾਡੇ ਕੋਲੇ ਸੰਭਾਵਨਾ ਦਾ ਆਨਸਰ ਕੀ ਹੋ ਜਾਊਗਾ, ਸੰਭਵ ਪਰਿਣਾਮਾਂ ਦੀ ਗਿਣਤੀ ਯਾਨੀ 7 ਬਟਾ ਕੁੱਲ ਪਰਿਣਾਮਾਂ ਦੀ ਗਿਣਤੀ ਯਾਨੀ 12। ਤਾਂ ਸਾਡਾ ਆਨਸਰ ਕੀ ਹੋ ਜਾਏਗਾ, 7/12, ਯਾਨੀ ਆਪਸ਼ਨ ਬੀ। ਨੈਕਸਟ ਸਟੇਟਮੈਂਟ ਹੈ, ਇੱਕ ਪਾਸੇ ਨੂੰ ਇੱਕ ਵਾਰ ਸੁੱਟਣ ਤੇ ਉਸ ਉੱਪਰ ਜਿਸ ਅੰਕ ਆਉਣ ਦੀ ਸੰਭਾਵਨਾ ਕੀ ਹੋਵੇਗੀ। ਯਾਨੀ ਅਸੀਂ ਦੇਖਿਆ ਸੀਗਾ ਵੀ ਪਾਸੇ ਦੇ ਉੱਪਰ ਜਿਹੜੀਆਂ ਜਿਸ ਸੰਖਿਆਵਾਂ ਉਹਨਾਂ ਦੀ ਗਿਣਤੀ ਹੈਗੀ ਹੈ 3 ਤੇ ਪਾਸੇ ਦੇ ਉੱਪਰ ਕੁੱਲ ਸਾਡੇ ਕੋਲੇ ਸੰਭਵ ਪਰਿਣਾਮ ਕਿੰਨੇ ਹੋ ਸਕਦੇ ਆ, ਉਹ ਹੈਗੇ ਆ 6। ਤਾਂ ਯਾਨੀ ਸਾਡਾ ਜੋ ਸੰਭਾਵਨਾ ਦਾ ਆਨਸਰ ਹੈ ਉਹ ਕੀ ਹੋ ਜਾਏਗਾ, ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ ਤਾਂ ਸਾਡਾ ਆਨਸਰ ਆ ਜਾਏਗਾ 1/2, ਯਾਨੀ ਆਪਸ਼ਨ ਏ। ਨੈਕਸਟ ਸਟੇਟਮੈਂਟ ਹੈ, 52 ਪੱਤਿਆਂ ਦੀ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ।
ਸੰਭਾਵਨਾ ਪਤਾ ਕਰੋ ਕਿ ਕੱਢਿਆ ਗਿਆ ਪੱਤਾ ਚਿੱਤਰ ਪੱਤਾ ਹੋਵੇਗਾ। ਚਿੱਤਰ ਪੱਤਾ ਮਤਲਬ ਤਸਵੀਰ ਵਾਲਾ ਪੱਤਾ ਹੋਣਾ ਚਾਹੀਦਾ ਹੈ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪੂਰੀ ਤਾਸ਼ ਦੇ ਵਿੱਚ ਤਸਵੀਰ ਵਾਲੇ ਪੱਤੇ ਕਿੰਨੇ ਹੁੰਦੇ ਆ 12, ਯਾਨੀ ਸਾਡੇ ਜੋ ਸੰਭਵ ਪਰਿਣਾਮ ਹੈਗੇ ਆ ਉਹ ਹੋ ਜਾਣਗੇ 12 ਤੇ ਕੁੱਲ ਪਰਿਣਾਮ ਸਾਡੇ ਕੋਲੇ ਹੈਗੇ ਆ 52, ਕਿਉਂਕਿ ਤਾਸ਼ ਦੇ ਵਿੱਚ ਸਾਡੇ ਕੋਲੇ 52 ਪੱਤੇ ਆ। ਤਾਂ ਸਾਡੇ ਕੋਲੇ ਸੰਭਾਵਨਾ ਦਾ ਆਨਸਰ ਕੀ ਹੋਏਗਾ, ਅਨੁਕੂਲ ਪਰਿਣਾਮਾਂ ਦੀ ਸੰਖਿਆ, ਅਨੁਕੂਲ ਯਾਨੀ 12 ਬਟਾ ਕੁੱਲ ਪਰਿਣਾਮਾਂ ਦੀ ਸੰਖਿਆ ਯਾਨੀ 52। ਦੋਨਾਂ ਨੂੰ ਜਦੋਂ ਅਸੀਂ ਉੱਪਰ ਨੀਚੇ 4 ਦੇ ਪਹਾੜੇ ਨਾਲ ਕੱਟ ਕਰਾਂਗੇ ਤਾਂ ਉੱਪਰ ਆ ਜਾਊਗਾ 3 ਔਰ ਇਹਨੂੰ ਜਦੋਂ ਕੱਟ ਕਰਾਂਗੇ ਤਾਂ ਇਹ ਆ ਜਾਊਗਾ 13। ਤਾਂ ਯਾਨੀ ਸਾਡਾ ਸੰਭਾਵਨਾ ਦਾ ਆਨਸਰ ਹੋ ਜਾਏਗਾ 3/13 ਯਾਨੀ ਆਪਸ਼ਨ ਏ। ਉਮੀਦ ਕਰਦਾ ਤੁਹਾਨੂੰ ਇਹ ਸਾਰੇ ਸਵਾਲ ਤੇ ਕਨਸੈਪਟ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟੇਕ ਕੇਅਰ।